ਸਤਿ ਸ਼੍ਰੀ ਅਕਾਲ HSN ਟੀਵੀ ਦੇ ਨਾਲ ਜੁੜੇ ਸਾਰੇ ਦਰਸ਼ਕਾਂ ਦਾ ਖਬਰਾਂ ਦੇ ਇਸ ਬੁਲੇਟਿਨ 'ਚ ਨਿੱਘਾ ਸਵਾਗਤ। ਮੈਂ ਹਾਂ ਸ਼ੀਤਲਾ। ਸਭ ਤੋਂ ਪਹਿਲਾਂ ਨਜ਼ਰ ਮਾਰੀ ਅੱਜ ਦੀਆਂ ਖਾਸ ਖਬਰਾਂ ਤੇ। ਅਮਰੀਕਾ ਨੇ ਆਪਣੇ ਲੋਕਾਂ ਨੂੰ ਤੁਰੰਤ ਯੂਕਰੇਨ ਛੱਡਣ ਦੇ ਦਿੱਤੇ ਨਿਰਦੇਸ਼। ਹੁਣ ਅਮਰੀਕਾ ਦੇ H1B ਵੀਜ਼ਾ ਦੇ ਲਈ ਅਰਜ਼ੀਆਂ ਦੀ ਪਰਮਾਰ। ਵਿੱਤੀ ਸਾਲ 2023 ਦਾ ਟੀਚਾ ਹੋਇਆ ਪੂਰਾ। ਅੰਕੜੇ ਦੇ ਵਿੱਚ ਖੁਲਾਸਾ, ਕੈਨੇਡਾ ਦੀ ਆਬਾਦੀ 2068 ਤੱਕ ਹੋ ਸਕਦੀ ਹੈ ਦੁੱਗਣੀ। ਸਰੀ ਦੀ ਪੰਜਾਬਣ ਬਾਸਕਟਬਾਲ ਖਿਡਾਰਨ ਹਰਲੀਨ ਕੌਰ ਸਿੱਧੂ ਦੇ ਜੀਵਨ ਤੇ ਬਣੀ ਫਿਲਮ। ਕੈਨੇਡਾ ਦਾ ਵੀਜ਼ਾ ਤੇ PR ਲੈਣ ਵਾਲਿਆਂ ਦੇ ਵਿੱਚ ਭਰਤੀ ਸਭ ਤੋਂ ਮੋਹਰੀ। ईडी ने दिल्ली के डिप्टी सीएम मनीष सिसोदिया के खिलाफ मनी लॉन्ड्रिंग केस किया दर्ज। मैडिकल जांच के लिए विदेश जाएगी सोनिया गांधी, बीमार मां का लवेगी पता। पंजाब दे विच नशा तस्कर ते गैंगस्टरां दी घुसपैठ रोकण दे लई बनाई गई योजना। उद्योगपति एस मित्तल नूं सरकार ने दिता कैबिनेट रैंक। पंजाब दे विच दवाइयां दे वड्डे कारोबारी ते ठिकाणिਆਂ ते इनकम टैक्स दा छापा, मची हलचल। केंद्र सरकार ने कहा टोमैटो फ्लू नूं फैलण तों रोकण दे लई चौकसी ते उपायां दी पालना करे सूबा सरकार। ਭਲਕੇ ਨਵੀਂ ਦਿੱਲੀ ਦੇ ਵਿੱਚ ਆਜ਼ਾਦੀ ਕੁਇਜ਼ ਦਾ ਹੋਵੇਗਾ ਸ਼ੁਭਾਰੰਭ। ਅਨੁਰਾਗ ਠਾਕੁਰ ਹੋਣਗੇ ਮਹਿਮਾਨ। ਭਾਰਤੀ ਹਾਕੀ ਟੀਮ ਦੇ ਖਿਡਾਰੀਆਂ ਨੇ ਸਰਕਾਰੀ ਨੌਕਰੀਆਂ ਨਾ ਦਿੱਤੇ ਜਾਣ ਤੇ ਪੰਜਾਬ ਸਰਕਾਰ ਵਿਰੁੱਧ ਆਵਾਜ਼ ਕੀਤੀ ਬੁਲੰਦ। ਸੁਖਨਾ ਝੀਲ ਨੇੜੇ ਖੁੱਲੇਗਾ ਫਿਸ਼ ਕੈਫੇ, ਕੈਚ ਐਂਡ ਕੁੱਕ ਦੀ ਮਿਲੇਗੀ ਸਹੂਲਤ। ਹੁਣ ਖਬਰਾਂ ਵਿਸਥਾਰ ਨਾਲ। ਅਮਰੀਕੀ ਸਰਕਾਰ ਨੇ ਯੂਕਰੇਨ ਦੇ ਵਿੱਚ ਰਹਿ ਰਹੇ ਅਮਰੀਕੀਆਂ ਨੂੰ ਤੁਰੰਤ ਦੇਸ਼ ਛੱਡਣ ਦੀ ਅਪੀਲ ਕਰਦਿਆਂ ਹੋਇਆਂ ਚੇਤਾਵਨੀ ਦਿੱਤੀ ਹੈ ਕਿ ਰੂਸ ਦੇ ਦੁਆਰਾ ਯੂਕਰੇਨ ਦੀ ਸੁਤੰਤਰਤਾ ਦਿਵਸ ਤੋਂ ਪਹਿਲਾਂ ਨਾਗਰਿਕ ਬੁਨਿਆਦੀ ਢਾਂਚੇ ਤੇ ਸਰਕਾਰੀ ਸਹੂਲਤਾਂ ਤੇ ਹਮਲੇ ਤੇਜ਼ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਦੂਤਘਰ ਦੀ ਵੈਬਸਾਈਟ ਨੇ ਕਿਹਾ ਹੈ ਕਿ ਅਮਰੀਕੀ ਦੂਤਘਰ ਆਪਣੇ ਨਾਗਰਿਕਾਂ ਨੂੰ ਨਿੱਜੀ ਤੌਰ ਤੇ ਉਪਲਬਧ ਜ਼ਮੀਨੀ ਆਵਾਜਾਈ ਦੇ ਵਿਕਲਪਾਂ ਦੀ ਵਰਤੋਂ ਕਰਦਿਆਂ ਹੋਇਆਂ ਯੂਕਰੇਨ ਛੱਡਣ ਦੀ ਅਪੀਲ ਕਰਦਾ ਜੇਕਰ ਅਜਿਹਾ ਕਰਨਾ ਸੁਰੱਖਿਅਤ ਹੈ। ਦੂਤਘਰ ਨੇ ਕਿਹਾ ਕਿ ਪੂਰੇ ਯੂਕਰੇਨ ਦੇ ਵਿੱਚ ਸੁਰੱਖਿਆ ਸਥਿਤੀ ਬਹੁਤ ਜ਼ਿਆਦਾ ਸਥਿਰ ਹੈ ਅਤੇ ਬਿਨਾਂ ਕਿਸੇ ਚੇਤਾਵਨੀ ਦੇ ਸਥਿਤੀ ਹੋਰ ਵਿਗੜ ਸਕਦੀ ਹੈ। ਨਵੇਂ ਸਿਰੇ ਤੋਂ ਅਮਰੀਕਾ ਦੀ ਇੱਕ ਤਾਜ਼ਾ ਚੇਤਾਵਨੀ ਉਦੋਂ ਆਈ ਜਦੋਂ ਰੂਸ ਨੇ ਬੁੱਧਵਾਰ ਨੂੰ ਯੂਕਰੇਨ ਤੇ ਆਪਣੇ ਹਮਲੇ ਦੇ 6 ਮਹੀਨੇ ਪੂਰੇ ਹੋ ਜਾਣਗੇ। ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੈਲੈਂਸਕੀ ਅਤੇ ਹੋਰ ਅਧਿਕਾਰੀਆਂ ਨੇ ਵੀ ਚੇਤਾਵਨੀ ਦਿੱਤੀ ਹੈ ਕਿ ਰੂਸ ਬੁੱਧਵਾਰ ਨੂੰ ਯੂਕਰੇਨ ਦੀ ਸੁਤੰਤਰਤਾ ਦਿਵਸ ਮੌਕੇ ਮਿਜ਼ਾਈਲ ਹਮਲੇ ਸਮੇਤ ਹੋਰ ਤਿੱਖੇ ਹਮਲੇ ਕਰ ਸਕਦਾ ਹੈ। ਜ਼ੈਲੈਂਸਕੀ ਨੇ ਹਫ਼ਤੇ ਦੇ ਅਖੀਰ ਦੇ ਵਿੱਚ ਇੱਕ ਵੀਡੀਓ ਸੰਦੇਸ਼ ਦੇ ਵਿੱਚ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਸ ਗੱਲ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਰੂਸ ਇਸ ਹਫ਼ਤੇ ਭਿਆਨਕ ਹਮਲੇ ਕਰਨ ਦੀ ਕੋਸ਼ਿਸ਼ ਕਰ ਸਕਦਾ ਹੈ। CNN ਦੀ ਇੱਕ ਰਿਪੋਰਟ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਯੂਕਰੇਨ ਦੀ ਰਾਜਧਾਨੀ ਕੀਵ ਦੇ ਵਿੱਚ ਸ਼ਹਿਰ ਦੇ ਫੌਜੀ ਪ੍ਰਸ਼ਾਸਨ ਨੇ ਸੋਮਵਾਰ ਅਤੇ ਵੀਰਵਾਰ ਦੇ ਵਿਚਕਾਰ ਸਾਰੇ ਵੱਡੇ ਇਕੱਠਾਂ ਤੇ ਪਾਬੰਦੀ ਲਗਾ ਦਿੱਤੀ। ਉਹਨਾਂ ਦੇ ਮੁਤਾਬਕ ਵੱਡੇ ਸਮਾਗਮ, ਸ਼ਾਂਤਮਈ ਮੀਟਿੰਗਾਂ, ਰੈਲੀਆਂ ਅਤੇ ਲੋਕਾਂ ਦੇ ਵੱਡੇ ਇਕੱਠ ਨੂੰ ਸ਼ਾਮਲ ਕਰਨ ਵਾਲੇ ਹੋਰ ਸਮਾਗਮਾਂ ਦੀ ਮਨਾਹੀ ਹੈ। उधर अमेरिका ਨੂੰ ਵਿੱਤੀ ਸਾਲ 2023 ਦੇ ਲਈ ਸੰਘੀ ਸਰਕਾਰ ਦੇ ਦੁਆਰਾ ਲਾਜ਼ਮੀ 65,000 H1B ਵੀਜ਼ਾ ਕੈਂਪ ਤੱਕ ਪਹੁੰਚਣ ਦੇ ਲਈ ਲੋੜੀਂਦੀਆਂ ਪਟੀਸ਼ਨਾਂ ਪ੍ਰਾਪਤ ਹੋਈਆਂ ਨੇ। ਇੱਕ ਸੰਘੀ ਏਜੰਸੀ ਨੇ ਇਸ ਸੰਬੰਧੀ ਜਾਣਕਾਰੀ ਦਿੱਤੀ ਹੈ। ਜ਼ਿਕਰਯੋਗ ਹੈ ਕਿ H1B ਵੀਜ਼ਾ ਇੱਕ ਗੈਰ ਪ੍ਰਵਾਸੀ ਵੀਜ਼ਾ ਜੋ ਕਿ ਅਮਰੀਕੀ ਕੰਪਨੀਆਂ ਨੂੰ ਵਿਸ਼ੇਸ਼ ਕਿੱਤਿਆਂ ਦੇ ਵਿੱਚ ਵਿਦੇਸ਼ੀ ਕਰਮਚਾਰੀਆਂ ਨੂੰ ਨਿਯੁਕਤ ਕਰਨ ਦੀ ਇਜਾਜ਼ਤ ਦਿੰਦਾ ਹੈ ਜਿਨ੍ਹਾਂ ਦੇ ਲਈ ਸਿਧਾਂਤਕ ਜਾਂ ਫਿਰ ਤਕਨੀਕੀ ਮੁਹਾਰਤ ਦੀ ਲੋੜ ਹੁੰਦੀ ਹੈ। ਟੈਕਨੋਲੋਜੀ ਕੰਪਨੀਆਂ ਭਾਰਤ ਅਤੇ ਚੀਨ ਵਰਗੇ ਦੇਸ਼ਾਂ ਦੇ ਹਰ ਸਾਲ ਹਜ਼ਾਰਾਂ ਕਰਮਚਾਰੀਆਂ ਨੂੰ ਨਿਯੁਕਤ ਕਰਨ ਦੇ ਲਈ ਇਸ ਤੇ ਨਿਰਭਰ ਕਰਦੀਆਂ ਨੇ। ਇਹ ਵੀ ਇੱਕ ਜ਼ਿਕਰਯੋਗ ਹੈ ਕਿ ਕੈਨੇਡਾ ਅਤੇ ਅਮਰੀਕਾ ਦੇ ਵੀਜ਼ੇ ਦੇ ਲਈ ਪਹਿਲਾਂ ਹੀ 300 ਤੋਂ 500 ਦਿਨਾਂ ਦਾ ਇੰਤਜ਼ਾਰ ਕਰਨਾ ਪੈ ਰਿਹਾ ਹੈ। H1B ਵੀਜ਼ਾ ਪ੍ਰੋਗਰਾਮ ਭਰਤੀਆਂ ਸਮੇਤ ਵਿਦੇਸ਼ੀ ਪੇਸ਼ੇਵਰ ਵਿਚਕਾਰ ਸਭ ਤੋਂ ਵੱਧ ਮੰਗਿਆ ਜਾਣ ਵਾਲਾ ਵਰਕ ਵੀਜ਼ਾ ਹੈ ਜਿਵੇਂ ਕਿ US ਕਾਂਗਰਸ ਦੁਆਰਾ ਲਾਜ਼ਮੀ ਕੀਤਾ ਗਿਆ ਹੈ। ਅਮਰੀਕਾ ਹਰ ਸਾਲ ਵੱਧ ਤੋਂ ਵੱਧ 65,000 H1B ਵੀਜ਼ਾ ਨਿਯਮਿਤ ਕੈਂਪ ਅਤੇ ਹੋਰ 20,000 H1B ਵੀਜ਼ਾ US ਐਡਵਾਂਸ ਡਿਗਰੀ ਛੋਟ ਸ਼੍ਰੇਣੀਆਂ ਜਾਰੀ ਕਰ ਸਕਦਾ ਹੈ। US ਸਿਟੀਜ਼ਨਸ਼ਿਪ ਅਤੇ ਇਮੀਗ੍ਰੇਸ਼ਨ ਸੇਵਾਵਾਂ ਨੇ ਮੰਗਲਵਾਰ ਨੂੰ ਇੱਕ ਬਿਆਨ ਦੇ ਵਿੱਚ ਇਹ ਵੀ ਕਿਹਾ ਕਿ ਸਾਨੂੰ ਵਿੱਤੀ ਸਾਲ 2023 ਦੇ ਲਈ ਕਾਂਗਰਸ ਦੁਆਰਾ ਲਾਜ਼ਮੀ 65,000 H1B ਵੀਜ਼ਾ ਰੈਗੂਲਰ ਕੈਂਪ ਅਤੇ 20,000 H1B ਵੀਜ਼ਾ US ਐਡਵਾਂਸ ਡਿਗਰੀ ਛੋਟ ਜਿਸ ਨੂੰ ਮਾਸਟਰ ਕੈਂਪ ਵਜੋਂ ਜਾਣਿਆ ਜਾਂਦਾ ਹੈ ਹੁਣ ਤੱਕ ਪਹੁੰਚਣ ਦੇ ਲਈ ਲੋੜੀਂਦੀਆਂ ਪਟੀਸ਼ਨਾਂ ਪ੍ਰਾਪਤ ਹੋਈਆਂ ਨੇ। USCIS ਹਰ ਸਾਲ ਅਜਿਹੀਆਂ ਸਾਰੀਆਂ ਐਪਲੀਕੇਸ਼ਨਾਂ ਤੇ ਜਾਂਚ ਕਰਦਾ ਹੈ। ਇਸ ਤੇ ਰਜਿਸਟਰਾਂ ਤੇ ਆਨਲਾਈਨ ਖਾਤਿਆਂ ਦੇ ਵਿੱਚ ਗੈਰ ਚੋਣ ਦੀਆਂ ਸੂਚਨਾਵਾਂ ਭੇਜਣਾ ਪੂਰਾ ਕਰ ਰਿਹਾ ਹੈ। ਵਿੱਤੀ ਸਾਲ ਦਾ ਮਤਲਬ FY 2023 H1B ਸੰਖਿਆਤਮਕ ਅਲਾਟਮੈਂਟਾਂ ਦੇ ਲਈ ਰਜਿਸਟ੍ਰੇਸ਼ਨਾਂ ਦੀ ਸਥਿਤੀ ਸਹੀ ਢੰਗ ਦੇ ਨਾਲ ਜਮ੍ਹਾਂ ਕੀਤੀ ਗਈ ਹੈ। ਹੁਣ ਇਹ ਦਿਖਾਏਗਾ ਕਿ ਜਿਹੜੇ ਉਮੀਦਵਾਰ ਨਵੇਂ ਚੁਣੇ ਗਏ ਨੇ, ਹਾਲੇ ਤੱਕ ਨਹੀਂ ਚੁਣੇ ਗਏ ਜਾਂ ਜੋ ਇਸ ਰਜਿਸਟ੍ਰੇਸ਼ਨ ਦੇ ਆਧਾਰ ਤੇ H1B ਕੈਂਪ ਪਟੀਸ਼ਨ ਦਾਇਰ ਕਰਨ ਦੇ ਯੋਗ ਨਹੀਂ ਹਨ। ਇਸ ਦੌਰਾਨ ਫੈਡਰਲ ਏਜੰਸੀ ਉਹਨਾਂ ਪਟੀਸ਼ਨਾਂ ਨੂੰ ਸਵੀਕਾਰ ਕਰਨਾ ਜਾਰੀ ਰੱਖੇਗੀ ਜੋ ਕਿ ਕੈਂਪ ਤੋਂ ਮੁਕਤ ਹਨ। ਔਰ ਇਸ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਮੌਜੂਦਾ H1B ਵੀਜ਼ਾ ਕਰਮਚਾਰੀਆਂ ਦੇ ਲਈ ਦਾਇਰ ਪਟੀਸ਼ਨਾਂ ਜਿਨ੍ਹਾਂ ਨੂੰ ਪਹਿਲਾਂ ਕੈਂਪ ਦੇ ਵਿਰੁੱਧ ਗਿਣਿਆ ਗਿਆ ਹੈ ਜੋ ਅਜੇ ਵੀ ਆਪਣਾ ਕੈਂਪ ਨੰਬਰ ਬਰਕਰਾਰ ਰੱਖਦੇ ਨੇ ਉਹਨਾਂ ਨੂੰ ਵਿੱਤੀ ਸਾਲ 2023 H1B ਵੀਜ਼ਾ ਕੈਂਪ ਤੋਂ ਛੋੜ ਦਿੱਤੀ ਗਈ ਹੈ। ਹਾਲਾਂਕਿ USCCI ਮੌਜੂਦਾ H1B ਵੀਜ਼ਾ ਵਰਕਰ ਦੇ ਅਮਰੀਕਾ ਦੇ ਵਿੱਚ ਰਹਿਣ ਦੇ ਸਮੇਂ ਨੂੰ ਵਧਾਉਣ ਦੇ ਲਈ ਦਾਇਰ ਪਟੀਸ਼ਨਾਂ ਨੂੰ ਸਵੀਕਾਰ ਕਰਨਾ ਤੇ ਪ੍ਰਕਿਰਿਆ ਕਰਨਾ ਜਾਰੀ ਰੱਖੇਗਾ। ਇਸ ਤੇ ਅੱਗੇ ਵੀ ਕਿਹਾ ਕਿ ਮੌਜੂਦਾ H1B ਕਰਮਚਾਰੀਆਂ ਦੇ ਲਈ ਰੋਜ਼ਗਾਰ ਦੀਆਂ ਸ਼ਰਤਾਂ ਨੂੰ ਬਦਲੇਗਾ। ਮੌਜੂਦਾ H1B ਕਰਮਚਾਰੀਆਂ ਨੂੰ ਮਾਲਕ ਬਦਲਣ ਦੀ ਇਜਾਜ਼ਤ ਦੇਵੇਗਾ ਅਤੇ ਮੌਜੂਦਾ H1B ਵੀਜ਼ਾ ਕਰਮਚਾਰੀਆਂ ਨੂੰ ਵਾਧੂ H1B ਅਹੁਦਿਆਂ ਦੇ ਨਾਲ-ਨਾਲ ਕੰਮ ਕਰਨ ਦੀ ਇਜਾਜ਼ਤ ਵੀ ਦੇਵੇਗਾ।
ਉਧਰ ਕੈਨੇਡਾ ਦੀ ਆਬਾਦੀ 2068 ਦੇ ਵਿੱਚ ਲਗਾਤਾਰ ਦੁੱਗਣੀ ਹੋ ਸਕਦੀ ਹੈ, 74 ਮਿਲੀਅਨ ਤੱਕ ਪਹੁੰਚ ਸਕਦੀ ਹੈ। ਇਹ ਜਾਣਕਾਰੀ ਰਾਸ਼ਟਰੀ ਅੰਕੜਾ ਏਜੰਸੀ ਨੇ ਦਿੱਤੀ ਹੈ। ਸਮਾਚਾਰ ਏਜੰਸੀ ਦੀ ਰਿਪੋਰਟ ਦੇ ਮੁਤਾਬਕ ਕੈਨੇਡਾ ਨੇ ਸੋਮਵਾਰ ਨੂੰ ਘੋਸ਼ਣਾ ਕੀਤੀ ਹੈ ਕਿ ਦੇਸ਼ ਦੀ ਆਬਾਦੀ 2021 ਦੇ ਵਿੱਚ 38.2 ਮਿਲੀਅਨ ਤੋਂ ਵੱਧ ਕੇ 2043 ਦੇ ਵਿੱਚ 42.9 ਮਿਲੀਅਨ ਤੋਂ 52.5 ਮਿਲੀਅਨ ਅਤੇ 2068 ਦੇ ਵਿੱਚ 44.9 ਮਿਲੀਅਨ ਤੋਂ 74 ਮਿਲੀਅਨ ਦੇ ਵਿਚਕਾਰ ਹੋ ਸਕਦੀ ਹੈ। ਇੱਕ ਮੱਧਮ ਵਿਕਾਸ ਦੇ ਦ੍ਰਿਸ਼ ਦੇ ਵਿੱਚ ਕੈਨੇਡਾ ਦੀ ਆਬਾਦੀ 2043 ਦੇ ਵਿੱਚ 47.8 ਮਿਲੀਅਨ ਅਤੇ 2068 ਦੇ ਵਿੱਚ 50.5 ਮਿਲੀਅਨ ਤੱਕ ਪਹੁੰਚ ਜਾਵੇਗੀ। ਸਟੈਟਿਸਟਿਕ ਕੈਨੇਡਾ ਨੇ ਵੀ ਕਿਹਾ ਕਿ ਆਬਾਦੀ ਦੇ ਵਾਧੇ ਦਾ ਮੁੱਖ ਕਾਰਨ ਇਮੀਗ੍ਰੇਸ਼ਨ ਬਣੇ ਰਹਿਣ ਦੀ ਉਮੀਦ ਹੈ ਤੇ ਆਉਣ ਵਾਲੇ ਸਾਲਾਂ ਦੇ ਵਿੱਚ ਕੁਦਰਤੀ ਵਾਧਾ ਘਟੇਗਾ। ਇਸ ਦੇ ਵਿੱਚ ਇਹ ਵੀ ਕਿਹਾ ਗਿਆ ਕਿ 2020 ਦੇ ਵਿੱਚ ਪ੍ਰਤੀ ਔਰਤ ਬੱਚਿਆਂ ਦੀ ਗਿਣਤੀ ਦੇਸ਼ ਦੇ ਵਿੱਚ ਇਤਿਹਾਸਕ ਤੌਰ ਤੇ 1.4 ਤੇ ਹੇਠਲੇ ਪੱਧਰ ਤੇ ਪਹੁੰਚ ਗਈ ਹੈ। ਅਨੁਮਾਨ ਦੇ ਅਨੁਸਾਰ ਇਹ ਕੁਦਰਤੀ ਵਾਧਾ 2049 ਤੇ 2058 ਦੇ ਵਿਚਕਾਰ ਸੰਖੇਪ ਸਮੇਂ ਦੇ ਵਿੱਚ ਨਕਾਰਾਤਮਕ ਹੋਣ ਦੀ ਸੰਭਾਵਨਾ ਹੈ। ਆਉਣ ਵਾਲੇ ਦਹਾਕਿਆਂ ਦੇ ਵਿੱਚ ਕੈਨੇਡਾ ਦੀ ਆਬਾਦੀ ਦੀ ਉਮਰ ਵੀ ਵਧਦੀ ਰਹੇਗੀ। ਇਸੇ ਤਰ੍ਹਾਂ ਇੱਕ ਮੱਧਮ ਵਿਕਾਸ ਪ੍ਰੋਜੈਕਸ਼ਨ ਦ੍ਰਿਸ਼ ਦੇ ਵਿੱਚ ਕੈਨੇਡਾ ਦਾ ਔਸਤ ਉਮਰ 2021 ਦੇ ਵਿੱਚ 41.7 ਸਾਲ ਤੋਂ ਵੱਧ ਕੇ 2043 ਦੇ ਵਿੱਚ 43.1 ਅਤੇ 2068 ਦੇ ਵਿੱਚ 45.1 ਹੋ ਜਾਵੇਗੀ। ਸਟੈਟਿਸਟਿਕ ਕੈਨੇਡਾ ਨੇ ਵੀ ਕਿਹਾ ਕਿ 85 ਸਾਲ ਔਰ ਇਸ ਤੋਂ ਵੱਧ ਉਮਰ ਦੇ ਆਬਾਦੀ ਦੇ ਵਿੱਚ ਇਸੇ ਮਿਆਦ ਦੇ ਵਿੱਚ 3 ਗੁਣਾ ਤੋਂ ਵੱਧ ਹੋ ਸਕਦੀ ਹੈ। ਮਤਲਬ 2021 ਦੇ ਵਿੱਚ 8,71,000 ਤੋਂ 2068 ਦੇ ਵਿੱਚ 3.2 ਮਿਲੀਅਨ ਹੋ ਸਕਦੀ ਹੈ। ਉਧਰ ਕੈਨੇਡਾ ਦੇ ਸਰੀ ਸ਼ਹਿਰ ਦੇ ਵਿੱਚ ਪੰਜਾਬੀ ਮੂਲ ਦੀ ਬਾਸਕਟਬਾਲ ਦੀ ਖਿਡਾਰਨ ਹਰਲੀਨ ਕੌਰ ਸਿੱਧੂ ਦੇ ਜੀਵਨ ਤੇ ਕੇਂਦਰਿਤ ਪ੍ਰੈਸ ਬ੍ਰੇਕਰ ਨਾਂ ਦੀ ਡਾਕੂਮੈਂਟਰੀ ਫਿਲਮ ਬਣਾਈ ਗਈ ਹੈ ਤੇ ਤੁਹਾਨੂੰ ਦੱਸ ਦਈਏ ਕਿ ਹਰਲੀਨ ਕੌਰ ਨੇ ਯੂਐਸ ਦੇ ਵਿੱਚ ਬਾਸਕਟਬਾਲ ਦਾ ਇਤਿਹਾਸ ਰਚਿਆ। ਅਮਰੀਕਾ ਦੀ ਨੈਸ਼ਨਲ ਐਥਲੈਟਿਕਸ ਦੇ ਹੁੰਦਿਆਂ ਹੋਇਆਂ ਮੁਕਾਬਲਿਆਂ ਦੇ ਵਿੱਚ ਹਿੱਸਾ ਲੈ ਕੇ ਪਹਿਲੀ ਪੰਜਾਬਣ ਹੈ ਜਿਸ ਨੇ ਪੂਰੀ ਦੁਨੀਆ ਦੇ ਵਿੱਚ ਆਪਣੇ ਭਾਈਚਾਰੇ ਦਾ ਨਾਮ ਰੌਸ਼ਨ ਕੀਤਾ ਹੈ। ਹਰਲੀਨ ਬਾਸਕਟਬਾਲ ਖੇਡਣ ਵਾਲੀ ਪਹਿਲੀ ਦੱਖਣ ਏਸ਼ੀਆਈ ਕੈਨੇਡੀਅਨ ਹੈ। ਇਸ ਦਸਤਾਵੇਜ਼ੀ ਫਿਲਮ ਦੇ ਵਿੱਚ ਦੱਸਿਆ ਗਿਆ ਕਿ ਕਿਵੇਂ ਹਰਲੀਨ ਸਿੱਧੂ ਸਰੀ ਦੇ ਵਿੱਚ ਸ਼ੁਰੂਆਤ ਤੋਂ ਲੈ ਕੇ ਅਮਰੀਕਾ ਦੇ ਵਿੱਚ ਬਾਸਕਟਬਾਲ ਇਤਿਹਾਸ ਬਣਾਉਣ ਦੇ ਵਿੱਚ ਵੱਡੀ ਹੋਈ। ਪ੍ਰੈਸ ਬ੍ਰੇਕਰ ਡਾਕੂਮੈਂਟਰੀ ਸਿੱਧੂ ਦੀ ਕਹਾਣੀ ਦੱਸਦੀ ਹੈ। ਦਸਤਾਵੇਜ਼ੀ ਫਿਲਮ NCAA ਡਿਵੀਜ਼ਨ 1 ਦੇ ਵਿੱਚ ਬਾਸਕਟਬਾਲ ਖੇਡਣ ਵਾਲੀ ਉਸਦੇ ਪਹਿਲੀ ਦੱਖਣੀ ਏਸ਼ੀਆਈ ਕੈਨੇਡੀਅਨ ਬਣਨ ਦੇ ਨਾਲ-ਨਾਲ ਲੀਗ ਦੀ ਪਹਿਲੀ ਪੰਜਾਬੀ ਔਰਤ ਬਣਨ ਦੀ ਉਸਦੀ ਯਾਤਰਾ ਬਾਰੇ ਦੱਸਦੀ ਹੈ। 22 ਮਿੰਟ ਦੀ ਡਾਕੂਮੈਂਟਰੀ ਕੈਨੇਡਾ ਦੇ ਕੌਮੀ ਟੀਵੀ ਚੈਨਲਾਂ ਤੇ ਵਿਖਾਈ ਜਾਵੇਗੀ। ਉਧਰ ਕੈਨੇਡੀਅਨ ਵੀਜ਼ਾ ਤੇ ਸਥਾਈ ਨਿਵਾਸ ਪ੍ਰਾਪਤ ਕਰਨ ਵਾਲੇ ਸਭ ਤੋਂ ਵੱਡੇ ਪ੍ਰਾਪਤਕਰਤਾਵਾਂ ਦੇ ਵਿੱਚੋਂ ਭਾਰਤੀ ਮੋਹਰੇ ਹਨ। ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਦੇ ਦੁਆਰਾ ਜਾਰੀ ਕੀਤੇ ਗਏ ਅੰਕੜੇ ਦੇ ਅਨੁਸਾਰ ਪਿਛਲੇ ਸਾਲ 2021 ਦੇ ਵਿੱਚ ਕੈਨੇਡਾ ਦੇ 4,50,000 ਤੋਂ ਵੱਧ ਪ੍ਰਵਾਸੀਆਂ ਦਾ ਸਵਾਗਤ ਕੀਤਾ। ਇਹਨਾਂ ਪ੍ਰਵਾਸੀਆਂ ਦੇ ਵਿੱਚੋਂ ਤਕਰੀਬਨ 1/3 ਭਾਰਤੀ ਮੂਲ ਦੇ ਨੇ ਔਰ ਇਸ ਤੋਂ ਇਲਾਵਾ ਕੈਨੇਡਾ ਨੇ ਪਿਛਲੇ ਸਾਲ ਲਗਭਗ 4,50,000 ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਸਵਾਗਤ ਕੀਤਾ ਜਿਸ ਵਿੱਚ ਕੁੱਲ 50% ਭਾਰਤੀ ਨੇ। ਇੱਥੇ 10,000 ਤੋਂ ਵੀ ਵੱਧ ਭਾਰਤੀ ਵੀ ਹਨ ਜੋ ਅਸਥਾਈ ਵਿਦੇਸ਼ੀ ਵਰਕਰ ਪ੍ਰੋਗਰਾਮ ਦੇ ਤਹਿਤ ਕੈਨੇਡਾ ਚਲੇ ਗਏ ਨੇ ਤੇ ਲਗਭਗ 1,30,000 ਦੇ ਅੰਤਰਰਾਸ਼ਟਰੀ ਗਤੀਸ਼ੀਲਤਾ ਪ੍ਰੋਗਰਾਮ ਦੇ ਤਹਿਤ ਵਰਕ ਪਰਮਿਟ ਪ੍ਰਾਪਤ ਕੀਤੇ ਸਨ। ਭਾਰਤੀਆਂ ਦੀ ਆਮਦ ਦੇ ਉੱਚ ਪੱਧਰ ਨੂੰ ਅੰਤਰਰਾਸ਼ਟਰੀ ਤੇ ਘਰੇਲੂ ਕੈਨੇਡੀਅਨ ਕਾਰਕਾਂ ਦੇ ਸੁਮੇਲ ਦੇ ਦੁਆਰਾ ਸਮਝਾਇਆ ਜਾ ਸਕਦਾ ਹੈ। ਅੰਤਰਰਾਸ਼ਟਰੀ ਤੌਰ ਤੇ ਭਾਰਤ ਦੇ ਵਿੱਚ ਸਿੱਖਿਆ, ਭਾਸ਼ਾ ਤੇ ਹੁਨਰ, ਕੰਮ ਤੇ ਤਜਰਬੇ, ਸੈਟਲਮੈਂਟ ਫੰਡਾਂ ਦੇ ਨਾਮ ਦੇ ਨਾਲ ਇੱਕ ਮੱਧ ਵਰਗ ਦੀ ਆਬਾਦੀ ਵੱਧ ਰਹੀ ਹੈ ਜੋ ਕਿ ਇਮੀਗ੍ਰੇਸ਼ਨ ਰਿਫਿਊਜੀ ਤੇ ਸਿਟੀਜ਼ਨਸ਼ਿਪ ਕੈਨੇਡਾ ਨੂੰ ਵੀਜ਼ਾ ਮਨਜ਼ੂਰ ਕਰਨ ਦੇ ਲਈ ਲੋੜੀਂਦੀ ਹੈ। ਇਹਨਾਂ ਵਿਸ਼ੇਸ਼ਤਾਵਾਂ ਕੈਨੇਡਾ ਜਾਣ ਦੀ ਕੋਸ਼ਿਸ਼ ਕਰ ਰਹੇ ਸਾਰੇ ਭਾਰਤੀਆਂ ਦੇ ਲਈ ਮਹੱਤਵਪੂਰਨ ਨੇ, ਭਾਵੇਂ ਇਹ ਸਥਾਈ ਨਿਵਾਸੀ, ਵਿਦੇਸ਼ੀ ਕਾਮੇ ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਨੇ। ਇੱਕ ਹੋਰ ਮਹੱਤਵਪੂਰਨ ਅੰਤਰਰਾਸ਼ਟਰੀ ਕਾਰਕ ਇਹ ਵੀ ਹੈ ਕਿ ਅਮਰੀਕਾ ਦੇ ਵਿੱਚ ਸਥਾਈ ਨਿਵਾਸ ਮਾਰਗਾਂ ਦੀ ਘਾਟ ਦੇ ਕਾਰਨ ਹਾਲ ਹੀ ਦੇ ਵਿੱਚ ਸਾਲਾਂ ਦੇ ਵਿੱਚ ਸਥਾਈ ਨਿਵਾਸ ਦੇ ਲਈ ਕੈਨੇਡਾ ਜਾਣ ਵਾਲੇ ਭਾਰਤੀ ਵਿਦੇਸ਼ੀ ਕਾਮਿਆਂ ਦੀ ਗਿਣਤੀ ਦੇ ਵਿੱਚ ਵਾਧਾ ਹੋਇਆ ਹੈ। ਘਰੇਲੂ ਤੌਰ ਤੇ ਕੈਨੇਡਾ ਨੇ ਕਈ ਤਰ੍ਹਾਂ ਦੀਆਂ ਪ੍ਰਮੁੱਖ ਇਮੀਗ੍ਰੇਸ਼ਨ ਨੀਤੀਆਂ ਵਿੱਚ ਤਬਦੀਲੀਆਂ ਕੀਤੀਆਂ ਨੇ ਜੋ ਕਿ ਭਾਰਤੀ ਪ੍ਰਤਿਭਾ ਦੇ ਲਈ ਬਹੁਤ ਲਾਭਦਾਇਕ ਨੇ। ਜਿਵੇਂ ਕਿ ਕੈਨੇਡਾ ਮਹਾਮਾਰੀ ਦੇ ਦੌਰਾਨ ਮਜ਼ਦੂਰਾਂ ਦੀ ਘਾਟ ਤੋਂ ਉਭਰਨਾ ਜਾਰੀ ਰੱਖਦਾ ਹੈ। ਦੇਸ਼ ਇਸ ਘਾਟ ਨੂੰ ਭਰਨ ਦੇ ਲਈ ਪ੍ਰਵਾਸੀਆਂ ਤੇ ਬਹੁਤ ਜ਼ਿਆਦਾ ਨਿਰਭਰ ਕਰਦਾ ਹੈ। ਕੈਨੇਡੀਅਨ ਸਰਕਾਰ ਦੀ ਸਭ ਤੋਂ ਤਾਜ਼ਾ ਇਮੀਗ੍ਰੇਸ਼ਨ ਪੱਧਰੀ ਯੋਜਨਾ 2022 ਤੇ 2024 ਦੇ ਵਿਚਕਾਰ 10 ਲੱਖ ਤੋਂ ਵੱਧ ਨਵੇਂ ਸਥਾਈ ਨਿਵਾਸੀਆਂ ਦੀ ਆਮਦ ਦਾ ਟੀਚਾ ਹੈ ਜਿਸ ਦੇ ਵਿੱਚ ਸਾਲਾਨਾ 4,30,000 ਤੋਂ ਵੱਧ ਨਵੇਂ ਲੋਕ ਦਾਖਲ ਹੁੰਦੇ ਨੇ। ਐਕਸਪ੍ਰੈਸ ਐਂਟਰੀ ਕੈਨੇਡਾ ਦਾ ਸਭ ਤੋਂ ਪ੍ਰਸਿੱਧ ਇਮੀਗ੍ਰੇਸ਼ਨ ਮਾਰਗ ਹੈ। ਇਹ ਇੱਕ ਆਨਲਾਈਨ ਸਿਸਟਮ ਹੈ ਜੋ 3 ਪ੍ਰੋਗਰਾਮਾਂ ਦੇ ਐਪਲੀਕੇਸ਼ਨ ਦਾ ਪ੍ਰਬੰਧਨ ਵੀ ਕਰਦਾ ਹੈ। ਇਸ ਤੋਂ ਇਲਾਵਾ ਕੈਨੇਡਾ ਦੇ ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣ ਵਾਲੇ ਪ੍ਰੋਵਿੰਸਾਂ ਅਤੇ ਪ੍ਰਦੇਸ਼ਾਂ ਨੂੰ ਹਰ ਸਾਲ ਆਰਥਿਕ ਪ੍ਰਵਾਸੀਆਂ ਦੀ ਇੱਕ ਨਿਰਧਾਰਤ ਸੰਖਿਆ ਦੀ ਚੋਣ ਕਰਨ ਅਤੇ ਉਹਨਾਂ ਨੂੰ ਸਥਾਈ ਨਿਵਾਸ ਦੇ ਲਈ ਨਾਮਜ਼ਦ ਕਰਨ ਦੀ ਇਜਾਜ਼ਤ ਦਿੰਦੇ ਨੇ। ਵਿਦਿਆਰਥੀ ਵੀ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਵਰਗੇ ਪ੍ਰੋਗਰਾਮ ਕਰਕੇ ਕੈਨੇਡਾ ਦੇ ਵਿੱਚ ਕੈਂਪਸ ਵੱਲ ਵਧ ਰਹੇ ਨੇ ਜੋ ਕਿ ਉਹਨਾਂ ਨੂੰ ਨੌਕਰੀਆਂ ਦੇ ਲਈ ਗ੍ਰੈਜੂਏਸ਼ਨ ਤੋਂ ਬਾਅਦ ਦੇਸ਼ ਦੇ ਵਿੱਚ ਰਹਿਣ ਦੀ ਇਜਾਜ਼ਤ ਦਿੰਦੇ ਨੇ ਤੇ ਅੰਤ ਦੇ ਵਿੱਚ PR ਦੇ ਲਈ ਅਰਜ਼ੀ ਵੀ ਦਿੰਦੇ ਨੇ। ਉਧਰ ਈਡੀ ਨੇ ਦਿੱਲੀ ਦੀ ਆਬਕਾਰੀ ਨੀਤੀ 2021-22 ਦੇ ਮਾਮਲੇ ਦੇ ਵਿੱਚ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਖਿਲਾਫ ਮਨੀ ਲਾਂਡਰਿੰਗ ਦਾ ਕੇਸ ਦਰਜ ਕੀਤਾ ਹੈ। CBI ਪਹਿਲਾਂ ਹੀ ਆਬਕਾਰੀ ਨੀਤੀ ਮਾਮਲੇ ਦੇ ਵਿੱਚ ਕਥਿਤ ਭ੍ਰਿਸ਼ਟਾਚਾਰ ਦੇ ਦੋਸ਼ ਦੇ ਹੇਠ ਮਨੀਸ਼ ਸਿਸੋਦੀਆ ਦੇ ਸਮੇਤ 15 ਲੋਕਾਂ ਦੇ ਖਿਲਾਫ FIR ਦਰਜ ਕਰ ਚੁੱਕੀ ਹੈ। CBI ਨੇ ਇਸ ਮਾਮਲੇ ਨੂੰ ਲੈ ਕੇ ਸਿਸੋਦੀਆ ਦੇ ਦਿੱਲੀ ਸਥਿਤ ਘਰ ਸਮੇਤ 31 ਥਾਵਾਂ ਤੇ ਛਾਪੇਮਾਰੀ ਵੀ ਕੀਤੀ ਹੈ। उधर कांग्रेस प्रधान सोनिया गांधी मेडिकल जाने के लिए विदेश यात्रा करेगी। पार्टी ने कहा है कि यात्रा के दौरान राहुल गांधी और प्रियंका गांधी भी उन्होंने नाल रहणगे। पार्टी जनतक सकत्तर जयराम रमेश के एक बयान कहा गया कि कांग्रेस प्रधान सोनिया गांधी मेडिकल जाने के लिए विदेश यात्रा करेगी। दिल्ली आने तो पहला अपनी बीमार मां नूं भी मिलेगी। इस दे विच कहा गया कि राहुल गांधी और प्रियंका गांधी वाड्रा कांग्रेस प्रधान
ਦੇ ਨਾਲ ਯਾਤਰਾ ਕਰਨਗੇ। ਹਾਲਾਂਕਿ 4 ਸਤੰਬਰ ਨੂੰ ਹੋਣ ਵਾਲੀ ਰੈਲੀ ਨੂੰ ਰਾਹੁਲ ਗਾਂਧੀ ਨੂੰ ਸੰਬੋਧਨ ਕਰਨਗੇ। ਦਿੱਲੀ ਦੀ ਰੈਲੀ ਅਤੇ ਭਾਰਤ ਜੋੜੋ ਯਾਤਰਾ ਤੋਂ ਪਹਿਲਾਂ ਕਾਂਗਰਸ ਦੇਸ਼ ਦੇ ਵਿੱਚ ਮਹਿੰਗਾਈ ਅਤੇ ਬੇਰੁਜ਼ਗਾਰੀ ਦੇ ਮੁੱਦਿਆਂ ਨੂੰ ਉਜਾਗਰ ਕਰਨ ਦੇ ਲਈ ਵੀ ਸੂਬਿਆਂ ਦੀ ਰਾਜਧਾਨੀਆਂ ਦੇ ਵਿੱਚ ਸੀਨੀਅਰ ਨੇਤਾਵਾਂ ਦੇ ਸਮਾਚਾਰ ਸੰਮੇਲਨਾਂ ਦੇ ਨਾਲ ਇੱਕ ਪ੍ਰੈਸ ਬਲਿਟਸ ਦੀ ਯੋਜਨਾ ਬਣਾ ਰਹੇ ਨੇ। ਕਾਂਗਰਸ ਨੇਤਾਵਾਂ ਦੇ ਅਨੁਸਾਰ ਪਾਰਟੀ 29 ਅਗਸਤ ਨੂੰ ਦਿੱਲੀ ਚਲੋ ਹੱਲਾ ਬੋਲ ਰੈਲੀ ਅਤੇ ਪੀਰ 5 ਸਤੰਬਰ ਨੂੰ ਭਾਰਤ ਜੋੜੋ ਯਾਤਰਾ ਦੇ ਲਈ ਪ੍ਰੈਸ ਵਾਰਤਾ ਕਰੇਗੀ। ਪਾਰਟੀ ਉਸ ਰੈਲੀ ਤੇ ਧਿਆਨ ਕੇਂਦਰਿਤ ਕਰਨਾ ਚਾਹੁੰਦੀ ਹੈ ਜਿਸ ਦੀ ਦਿੱਲੀ ਦੀ ਯੋਜਨਾ ਹੈ ਔਰ ਫਿਰ ਯਾਤਰਾ ਤੋਂ 35000 ਕਿਲੋਮੀਟਰ ਲੰਬੀ ਹੋਵੇਗੀ। ਉਧਰ ਪੰਜਾਬ ਦੇ ਵਿੱਚ ਡਰੱਗ ਤਸਕਰ ਅਤੇ ਗੈਂਗਸਟਰਾਂ ਦੀ ਘੁਸਪੈਠ ਦੀਆਂ ਘਟਨਾਵਾਂ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਪੁਲਿਸ ਚੌਕਸ ਹੋ ਚੁੱਕੀ ਹੈ। ਪੁਲਿਸ ਦੇ ਵੱਲੋਂ ਅਜਿਹੇ ਮਾਮਲਿਆਂ ਨੂੰ ਰੋਕਣ ਦੇ ਲਈ ਜ਼ਿਲ੍ਹਾ ਤੇ ਕਮਿਸ਼ਨਰੇਟ ਪੱਧਰ ਤੇ ਸਰਵੇਲੈਂਸ ਯੋਜਨਾ ਬਣਾਉਣ ਦੀ ਤਿਆਰੀ ਕੀਤੀ ਗਈ ਹੈ ਕਿ ਪੰਜਾਬ ਪੁਲਿਸ ਆਪਣੇ ਮੁਲਜ਼ਮਾਂ ਤੇ ਵੀ ਸਖਤ ਨਜ਼ਰ ਰੱਖ ਸਕੇ, ਸਮਾਂ ਰਹਿੰਦੇ ਖਾਕੀ ਤੇ ਦਾਗ ਲੱਗਣ ਤੋਂ ਬਚਾਇਆ ਜਾ ਸਕੇ। ਪੰਜਾਬ ਪੁਲਿਸ ਦੇ ਵੱਲੋਂ ਨਸ਼ੇ ਖਿਲਾਫ ਜੁਲਾਈ ਮਹੀਨੇ ਤੋਂ ਸ਼ੁਰੂ ਕੀਤੀ ਗਈ ਵਿਸ਼ੇਸ਼ ਮੁਹਿੰਮ ਦੇ ਦੌਰਾਨ ਹੀ ਇੱਕ ਡੀਐਸਪੀ ਪੱਧਰ ਤੇ ਅਧਿਕਾਰੀ ਸਮੇਤ 6 ਪੁਲਿਸ ਅਧਿਕਾਰੀ ਮੁਲਜ਼ਮਾਂ ਨੂੰ ਨਸ਼ੇ ਦੇ ਸੌਦਾਗਰਾਂ ਦੇ ਨਾਲ ਮਿਲੀ ਭੁਗਤ ਕਾਰਨ ਨਾ ਸਿਰਫ ਗ੍ਰਿਫਤਾਰ ਕੀਤਾ ਗਿਆ ਸਗੋਂ ਉਹਨਾਂ ਦੇ ਖਿਲਾਫ ਵਿਭਾਗੀ ਕਾਰਵਾਈ ਵੀ ਸ਼ੁਰੂ ਕੀਤੀ ਗਈ ਹੈ। ਉਧਰ ਦੇਸ਼ ਦੇ ਉੱਗੇ ਉਦਯੋਗਪਤੀ ਤੇ ਸੋਨਾਲੀਕਾ ਉਦਯੋਗ ਸਮੂਹ ਦੇ ਵਾਈਸ ਚੇਅਰਮੈਨ ਅੰਮ੍ਰਿਤ ਸਾਗਰ ਮਿੱਤਲ ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਇਕਨੋਮਿਕ ਪਾਲਿਸੀ ਅਤੇ ਪਲੈਨਿੰਗ ਬੋਰਡ ਪੰਜਾਬ ਦੇ ਉਪ ਚੇਅਰਮੈਨ ਦੇ ਵਜੋਂ ਨਾਮਜ਼ਦ ਕੀਤਾ ਗਿਆ। ਉਹਨਾਂ ਨੂੰ ਕੈਬਨਿਟ ਰੈਂਕ ਵੀ ਦਿੱਤਾ ਗਿਆ ਹੈ। ਰਾਜ ਦੇ ਪ੍ਰਮੁੱਖ ਸਕੱਤਰ ਵਿਕਾਸ ਪ੍ਰਤਾਪ ਦੇ ਵੱਲੋਂ ਜਾਰੀ ਪੱਤਰ ਦੇ ਵਿੱਚ ਕਿਹਾ ਗਿਆ ਹੈ ਕਿ ਐਸ ਮਿੱਤਲ ਨੂੰ ਕੈਬਨਿਟ ਰੈਂਕ ਦੇ ਮੁਤਾਬਕ ਤੁਰੰਤ ਪ੍ਰਭਾਵ ਦੇ ਨਾਲ ਸਾਰੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਦੂਜੇ ਪਾਸੇ ਵਿਸ਼ੇਸ਼ ਗੱਲਬਾਤ ਦੇ ਦੌਰਾਨ ਐਸ ਮਿੱਤਲ ਨੇ ਕਿਹਾ ਕਿ ਉਹ ਸਰਕਾਰ ਤੋਂ ਮਿਲਣ ਵਾਲੀ ਤਨਖਾਹ ਜਾਂ ਭੱਤੇ ਤੇ ਸਰਕਾਰੀ ਗੱਡੀ ਦਾ ਕੋਈ ਵੀ ਲਾਭ ਨਹੀਂ ਲੈਣਗੇ, ਉਹ ਸਿਰਫ 1 ਰੁਪਏ ਮਹੀਨਾ ਤਨਖਾਹ ਦੇ ਵਿੱਚ ਹੀ ਕੰਮ ਕਰਨਗੇ। ਕੈਬਨਿਟ ਰੈਂਕ ਮਿਲਣ ਤੇ ਐਸ ਮਿੱਤਲ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਵੀ ਕੀਤਾ। ਸੂਬੇ ਦੇ ਉੱਗੇ ਉਦਯੋਗਪਤੀਆਂ ਤੇ ਹੋਰ ਸ਼ਖਸੀਅਤਾਂ ਨੇ ਐਸ ਮਿੱਤਲ ਨੂੰ ਕੈਬਨਿਟ ਰੈਂਕ ਮਿਲਣ ਤੇ ਉਹਨਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਜ਼ਿਲ੍ਹਾ ਹੁਸ਼ਿਆਰਪੁਰ ਦੇ ਲਈ ਬੜੇ ਮਾਣ ਵਾਲੀ ਗੱਲ ਹੈ। ਉਧਰ ਪੰਜਾਬ ਦੇ ਵਿੱਚ ਦਵਾਈਆਂ ਦੇ ਵੱਡੇ ਕਾਰੋਬਾਰੀ ਗੁਰਮੇਲ ਮੈਡੀਕਲ ਦੇ ਟਿਕਾਣਿਆਂ ਤੇ ਬੁੱਧਵਾਰ ਸਵੇਰੇ 6 ਵਜੇ ਆਮਦਨ ਟੈਕਸ ਵਿਭਾਗ ਦੇ ਵੱਲੋਂ ਛਾਪੇਮਾਰੀ ਕੀਤੀ ਗਈ ਹੈ। ਵਿਭਾਗ ਦੀਆਂ ਟੀਮਾਂ ਨੇ ਗੁਰਮੇਲ ਮੈਡੀਕਲ ਦੇ ਦਫ਼ਤਰ ਦੇ ਸਮੇਤ ਉਹਨਾਂ ਦੀ ਰਿਹਾਇਸ਼ ਤੇ ਪੈਰਾਮਿਲਟਰੀ ਫੋਰਸ ਦੇ ਵਿੱਚ ਦਬਿਸ਼ ਕੀਤੀ। ਆਮਦਨ ਟੈਕਸ ਵਿਭਾਗ ਦੇ ਵੱਲੋਂ ਇਸ ਕਾਰਵਾਈ ਦੇ ਨਾਲ ਪੂਰੇ ਸ਼ਹਿਰ ਦੇ ਵਿੱਚ ਹਲਚਲ ਮਚ ਗਈ ਹੈ। ਫਿਲਹਾਲ ਇਸ ਮਾਮਲੇ ਦੇ ਵਿੱਚ ਅੱਗੇ ਦੀ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ। ਸੂਤਰਾਂ ਦੇ ਮੁਤਾਬਕ ਵਿਭਾਗ ਨੇ ਕੁੱਲ 8 ਲੋਕੇਸ਼ਨਾਂ ਤੇ ਇਕੱਠੇ ਛਾਪੇਮਾਰੀ ਕੀਤੀ। ਇਸ ਦੇ ਨਾਲ ਹੀ ਸੁਣਨ ਦੇ ਵਿੱਚ ਇਹ ਵੀ ਆਇਆ ਕਿ ਤਕਰੀਬਨ ਆਮਦਨ ਟੈਕਸ ਵਿਭਾਗ ਦੀਆਂ 16 ਟੀਮਾਂ ਇਸ ਕਾਰਵਾਈ ਦੇ ਵਿੱਚ ਸ਼ਾਮਲ ਨੇ। ਦੱਸਣਯੋਗ ਹੈ ਕਿ ਗੁਰਮੇਲ ਪਰਿਵਾਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਕਾਫੀ ਕਰੀਬੀ ਹੈ। ਵਿਭਾਗ ਦੀ ਇਸ ਛਾਪੇਮਾਰੀ ਦੇ ਨਾਲ ਹੋਰ ਮੈਡੀਕਲ ਕਾਰੋਬਾਰੀਆਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ, ਜਿਸ ਦੇ ਨਾਲ ਉਹਨਾਂ ਤੇ ਆਪਣੀਆਂ ਦੁਕਾਨਾਂ ਤੱਕ ਨਹੀਂ ਖੋਲੀਆਂ। ਜਾਣਕਾਰੀ ਮਿਲੀ ਹੈ ਕਿ ਉਕਤ ਦਬਿਸ਼ ਟੈਕਸ ਚੋਰੀ ਨਾਲ ਸੰਬੰਧਿਤ ਹੋ ਸਕਦੀ ਹੈ। ਇਹ ਵੀ ਦੱਸ ਦਈਏ ਕਿ ਗੁਰਮੇਲ ਮੈਡੀਕਲ ਪੰਜਾਬ ਦੀ ਬਹੁਤ ਵੱਡੀ ਏਜੰਸੀ ਹੈ ਜੋ ਕਿ ਵੱਡੇ ਪੱਧਰ ਤੇ ਪੂਰੇ ਸੂਬੇ ਦੇ ਵਿੱਚ ਦਵਾਈਆਂ ਦਾ ਕਾਰੋਬਾਰ ਕਰਦੀ ਹੈ। ਉਧਰ ਕੇਂਦਰ ਸਰਕਾਰ ਨੇ ਦੇਸ਼ ਦੇ ਵਿੱਚ ਬੱਚਿਆਂ ਦੇ ਵਿੱਚ ਟੋਮੈਟੋ ਫਲੂ ਦੇ 82 ਤੋਂ ਵੀ ਵੱਧ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਕੇਂਦਰ ਨੇ ਇਸ ਮੰਗਲਵਾਰ ਨੂੰ ਸੂਬਾ ਸਰਕਾਰਾਂ ਨੂੰ ਸਾਵਧਾਨੀ ਵਰਤਣ ਦੇ ਨਿਰਦੇਸ਼ ਦੇ ਦਿੱਤੇ ਹੈ। ਕੇਂਦਰ ਨੇ ਇਸ ਗੱਲ ਤੇ ਵੀ ਜ਼ੋਰ ਦਿੱਤਾ ਹੈ ਕਿ ਇਸ ਵਾਇਰਲ ਬਿਮਾਰੀ ਦੇ ਇਲਾਜ ਦੇ ਲਈ ਕੋਈ ਖਾਸ ਦਵਾਈ ਨਹੀਂ ਹੈ। ਇਹ ਬਿਮਾਰੀ ਹੱਥ ਪੈਰ ਅਤੇ ਮੂੰਹ ਦੀ ਬਿਮਾਰੀ ਦਾ ਇੱਕ ਰੂਪ ਪ੍ਰਤੀਤ ਹੁੰਦਾ ਹੈ। ਇਸ ਮੁੱਖ ਤੌਰ ਤੇ 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਵਿੱਚ ਹੁੰਦਾ ਹੈ, ਪਰ ਬਾਲਗ ਵੀ ਇਸ ਦੇ ਸ਼ਿਕਾਰ ਹੋ ਸਕਦੇ ਨੇ। ਕੇਂਦਰ ਦੇ ਵੱਲੋਂ ਜਾਰੀ ਐਡਵਾਈਜ਼ਰੀ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਬੱਚਿਆਂ ਨੂੰ ਬਿਮਾਰੀ ਦੇ ਲੱਛਣਾਂ ਅਤੇ ਇਸ ਦੇ ਮਾੜੇ ਪ੍ਰਭਾਵਾਂ ਦੇ ਬਾਰੇ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ। ਕੇਂਦਰ ਨੇ ਕਿਹਾ ਕਿ ਹਾਲਾਂਕਿ ਟੋਮੈਟੋ ਫਲੂ ਹੋਰ ਵਾਇਰਲ ਇਨਫੈਕਸ਼ਨ ਵਾਂਗ ਲੱਛਣ ਜਿਵੇਂ ਕਿ ਬੁਖਾਰ, ਥਕਾਵਟ, ਸਰੀਰ ਦੇ ਵਿੱਚ ਦਰਦ, ਚਮੜੀ ਦੇ ਧੱਫੜ ਦਿਖਾਉਂਦਾ ਹੈ, ਪਰ ਇਸ ਵਾਇਰਸ ਦਾ SARS-CoV-2, ਮੰਕੀਪੌਕਸ, ਡੇਂਗੂ ਜਾਂ ਚਿਕਨਗੁਨੀਆ ਦੇ ਨਾਲ ਕੋਈ ਸੰਬੰਧ ਨਹੀਂ ਹੈ। ਇਸ ਸਾਲ 6 ਮਈ ਨੂੰ ਕੇਰਲ ਤੋਂ ਕੋਲਮ ਜ਼ਿਲ੍ਹੇ ਦੇ ਵਿੱਚ ਟੋਮੈਟੋ ਫਲੂ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ ਅਤੇ ਹੁਣ ਤੱਕ 82 ਤੋਂ ਵੀ ਵੱਧ ਮਾਮਲੇ ਸਾਹਮਣੇ ਆਉਣ ਦੀ ਸੂਚਨਾ ਮਿਲੀ ਹੈ। ਉਧਰ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਭਲਕੇ 24 ਅਗਸਤ ਨੂੰ ਸ਼ਾਮ 4 ਵਜੇ ਨਵੀਂ ਦਿੱਲੀ ਦੇ ਵਿੱਚ ਆਜ਼ਾਦੀ ਕੁਇਜ਼ ਦਾ ਸ਼ੁਭਾਰੰਭ ਕਰਨਗੇ। ਇਹ ਆਜ਼ਾਦੀ ਸੰਗਠਨ ਦੇ ਨਾਇਕਾਂ ਤੇ ਆਨਲਾਈਨ ਗੇਮਸ ਦੀ ਇੱਕ ਲੜੀ ਹੈ। ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਸਮਾਗਮ ਦੇ ਮੁੱਖ ਮਹਿਮਾਨ ਹੋਣਗੇ। ਉਧਰ ਭਾਰਤੀ ਹਾਕੀ ਟੀਮ ਦੇ ਕੁਝ ਖਿਡਾਰੀਆਂ ਨੇ ਵੀ ਅੱਜ ਪੰਜਾਬ ਸਰਕਾਰ ਦੇ ਖਿਲਾਫ ਮੋਰਚਾ ਖੋਲ੍ਹਿਆ। ਸਰਕਾਰੀ ਨੌਕਰੀਆਂ ਨਾ ਦਿੱਤੇ ਜਾਣ ਤੇ ਦੋਸ਼ ਲਗਾਏ। ਬੀਤੇ ਸਾਲ ਓਲੰਪਿਕ ਦੇ ਵਿੱਚ ਕਾਂਸੀ ਦਾ ਤਗਮਾ ਜਿੱਤਣ ਵਾਲੇ ਭਾਰਤੀ ਟੀਮ ਦੇ ਖਿਡਾਰੀ ਸ਼ਮਸ਼ੇਰ ਸਿੰਘ, ਹਾਰਦਿਕ ਸਿੰਘ, ਹਰਮਨਪ੍ਰੀਤ ਸਿੰਘ, ਦਿਲਪ੍ਰੀਤ ਸਿੰਘ ਅਤੇ ਵਰਨ ਕੁਮਾਰ ਨੇ ਆਵਾਜ਼ ਬੁਲੰਦ ਕਰਦਿਆਂ ਪ੍ਰੈਸ ਕਲੱਬ ਦੇ ਵਿੱਚ ਕਿਹਾ ਕਿ ਦੇਸ਼ ਨੂੰ ਓਲੰਪਿਕ ਤਗਮਾ ਦਿਵਾਉਣ ਵਾਲੀ ਟੀਮ ਦਾ ਹਿੱਸਾ ਹੋਣ ਤੇ ਵੀ ਉਹ ਆਪਣੀ ਕਿਸਮਤ ਨੂੰ ਬਦਲ ਨਹੀਂ ਸਕੇ। ਉਹਨਾਂ ਨੇ ਕਿਹਾ ਕਿ ਓਲੰਪਿਕ ਦੇ ਵਿੱਚ ਕਾਂਸੀ ਦਾ ਤਗਮਾ ਜਿੱਤਣ ਤੋਂ ਬਾਅਦ ਪਿਛਲੀ ਸਰਕਾਰ ਨੇ ਨੌਕਰੀ ਦੇਣ ਦੀ ਗੱਲ ਕਹੀ ਸੀ, ਪਰ ਸਰਕਾਰ ਨੇ ਆਫਰ ਲੈਟਰ ਤੱਕ ਜਾਰੀ ਨਹੀਂ ਕੀਤੇ ਸਨ, ਪਰ ਅਜੇ ਤੱਕ ਨਿਯੁਕਤ ਪੱਤਰ ਜਾਰੀ ਨਹੀਂ ਕੀਤੇ। ਉਕਤ ਖਿਡਾਰੀਆਂ ਨੇ ਆਪ ਸਰਕਾਰ ਨੂੰ ਨੌਕਰੀ ਦੇ ਨਾਲ ਸੰਬੰਧਿਤ ਚਿੱਠੀ ਜਾਰੀ ਕਰਨ ਦੀ ਅਪੀਲ ਵੀ ਕੀਤੀ ਹੈ। ਉਕਤ ਖਿਡਾਰੀਆਂ ਨੇ ਦੱਸਿਆ ਕਿ ਪਿਛਲੀ ਸਰਕਾਰ ਦੇ ਆਫਰ ਲੈਟਰ ਮਿਲਣ ਤੋਂ ਬਾਅਦ ਉਹਨਾਂ ਨੇ ਆਪਣੇ ਮੈਡੀਕਲ ਤੱਕ ਕਰਵਾ ਲਏ ਸਨ, ਪਰ ਅਜੇ ਤੱਕ ਨੌਕਰੀ ਤੋਂ ਵਾਂਝੇ ਨੇ। ਉਹਨਾਂ ਨੇ ਕਿਹਾ ਕਿ ਪਿਛਲੀ ਸਰਕਾਰ ਕਾਂਗਰਸ ਸਰਕਾਰ ਨੇ ਉਹਨਾਂ ਨੂੰ PPS ਸੌਦੇ ਤੇ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ, ਜਿਹੜਾ ਹੁਣ ਸੱਤਾ ਦੇ ਵਿੱਚ ਆਈ ਪੰਜਾਬ ਸਰਕਾਰ ਨੂੰ ਵੀ ਪੂਰਾ ਕੀਤਾ ਹੈ। ਖਿਡਾਰੀਆਂ ਨੇ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਪੰਜਾਬ ਦੇ ਨਵੇਂ ਮੁੱਖ ਮੰਤਰੀ ਤੇ ਖੇਡ ਮੰਤਰੀ ਦੇ ਨਾਲ ਉਹਨਾਂ ਦੀ ਮੁਲਾਕਾਤ ਵੀ ਹੋ ਚੁੱਕੀ ਹੈ, ਪਰ ਅਜੇ ਤੱਕ ਸਰਕਾਰ ਨੇ ਉਹਨਾਂ ਦੇ ਲਈ ਕੁਝ ਨਹੀਂ ਕੀਤਾ।
ਉਧਰ यूटी ਪਸ਼ੂ ਪਾਲਣ ਅਤੇ ਮੱਛੀ ਪਾਲਣ ਵਿਭਾਗ ਨੇ ਸੁਖਨਾ ਝੀਲ ਦੇ ਰੈਗੂਲੇਟਰੀ ਐਂਡ ਸਥਾਪਿਤ ਫਿਸ਼ ਸੀਡ ਫਾਰਮ ਦੀ ਅਪਗ੍ਰੇਡ ਕਰਨ ਦਾ ਫੈਸਲਾ ਕੀਤਾ ਹੈ। ਮੰਗਲਵਾਰ ਨੂੰ ਗੁਰੂ ਅੰਗਦ ਦੇਵ ਵੈਟਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਦੇ ਮੱਛੀ ਪਾਲਣ ਮਾਹਰਾਂ ਦੀ ਟੀਮ ਨੇ ਫਿਸ਼ ਸੀਡ ਫਾਰਮ ਦਾ ਦੌਰਾ ਕੀਤਾ। ਇੱਥੇ ਟੀਮ ਨੇ ਫਾਰਮ ਦੇ ਵਿੱਚ ਉਪਲਬਧ ਸਹੂਲਤਾਵਾਂ ਦਾ ਨਿਰੀਖਣ ਵੀ ਕੀਤਾ। ਇਸ ਦੌਰਾਨ ਯੂਨੀਵਰਸਿਟੀ ਵਿਭਾਗ ਦੇ ਵੱਲੋਂ ਖੇਤੀ ਨੂੰ ਮੁੜ ਸੁਰਜੀਤ ਕਰਨ ਦੇ ਲਈ ਯੂਨੀਵਰਸਿਟੀ ਦੀਆਂ ਸਿਫਾਰਿਸ਼ਾਂ ਨੂੰ ਪ੍ਰਵਾਨ ਕੀਤਾ ਗਿਆ। ਇਹ ਪ੍ਰੋਜੈਕਟ ਸੁਖਨਾ ਤੇ ਹੋਰ ਜਲ ਸਰੋਤਾਂ ਦੇ ਪ੍ਰਜਨਨ ਦੀ ਸਹੂਲਤ ਦੇ ਲਈ ਈਕੋ ਟੂਰਿਜ਼ਮ ਅਤੇ ਬੀਜ ਉਤਪਾਦਨ ਨੂੰ ਵਿਕਸਿਤ ਕਰਨ ਅਤੇ ਉਤਸ਼ਾਹਿਤ ਕਰਨ ਦੇ ਵਿੱਚ ਮਦਦ ਕਰੇਗਾ। ਵਿਭਾਗ ਦੇ ਵੱਲੋਂ ਮੰਗਲਵਾਰ ਨੂੰ यूटी ਸਲਾਹਕਾਰ ਧਰਮਪਾਲ ਦੀ ਪ੍ਰਵਾਨਗੀ ਹੇਠ ਹੋਈ ਮੀਟਿੰਗ ਦੌਰਾਨ ਇਸ ਪ੍ਰੋਜੈਕਟ ਸੰਬੰਧੀ ਪੇਸ਼ਕਾਰੀ ਹੋਈ ਹੈ। ਸਲਾਹਕਾਰ ਨੇ ਡੀਨ ਕਾਲਜ ਆਫ ਫਿਸ਼ਰੀਜ਼ ਦੀ ਤਕਨੀਕੀ ਅਗਵਾਈ ਹੇਠ ਜੰਗਲਾਤ ਅਤੇ ਜੰਗਲੀ ਜੀਵ ਵਿਭਾਗ, ਚੀਫ ਇੰਜੀਨੀਅਰ ਤੇ ਚੀਫ ਆਰਕੀਟੈਕਟ ਦੀ ਮਦਦ ਦੇ ਨਾਲ ਲਾਗੂ ਕਰਨ ਦੇ ਲਈ ਪ੍ਰੋਜੈਕਟ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਵਿਭਾਗ ਨੇ ਡਾਇਰੈਕਟਰ ਨੇ ਦੱਸਿਆ ਕਿ ਕੈਚ ਐਂਡ ਕੁੱਕ ਸੇਵਾ ਮੁਹੱਈਆ ਕਰਨ ਦੇ ਲਈ ਇੱਕ ਫਿਸ਼ ਕੈਫੇ ਸਥਾਪਿਤ ਕੀਤਾ ਜਾਵੇਗਾ। ਇਸ ਦੇ ਨਾਲ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਅੱਜ ਫਿਲਹਾਲ ਇੰਨਾ ਹੀ। ਆਪਣੇ ਦੋਸਤ ਸ਼ੀਤਲ ਨੂੰ ਦਿਓ ਇਜਾਜ਼ਤ ਤੇ ਤੁਸੀਂ ਜੁੜੇ ਰਹੋ HSN ਨਿਊਜ਼ ਦੇ ਨਾਲ।